ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਨਮਸਤੇ ਆਦਾਬ। ਮੈਂ ਲਖਵਿੰਦਰ ਸਿੰਘ ਲੱਖ ਫਰਮ ਲੱਖ ਬਤੰਤੇ ਕੋਚਿੰਗ ਸੈਂਟਰ ਤੋਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਕੁਝ ਸਪੈਸ਼ਲ ਹੀ ਲੈ ਕੇ ਆਈਦਾ ਹੈ। ਸੋ ਇਸ ਵੀਡੀਓ ਦੇ ਵਿੱਚ ਵੀ ਕੁਝ ਸਪੈਸ਼ਲ ਹੀ ਆ ਜਿਨ੍ਹਾਂ ਨੂੰ ਕੁਝ ਚੈਪਟਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ। ਸੋ ਉਸ ਚੈਪਟਰ ਦੇ ਵਿੱਚ ਆਪਾਂ ਖਾਸ ਤੌਰ ਤੇ ਇੱਕ ਡਿਟੇਲ ਇੱਕ ਬਰੇਵੇ ਲੈ ਕੇ ਆਏ ਆ ਛੋਟੇ ਤਰੀਕੇ ਨਾਲ ਸਮਝਾਉਣ ਵਾਸਤੇ। ਵੀਡੀਓ ਨੂੰ ਪੂਰਾ ਸੁਣਨਾ, ਲਾਈਕ ਕਰਨਾ ਨਾ ਭੁੱਲਣਾ ਅਤੇ ਕਮੈਂਟ ਕਰਨਾ ਨਾ ਭੁੱਲਣਾ। ਜਿਹੜੀ ਚੀਜ਼ ਨਾ ਸਮਝ ਆਵੇਗੀ ਨੀਚੇ ਓਬਵੀਅਸਲੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਜਿਨ੍ਹਾਂ ਦਾ ਮੈਨੂੰ ਪਤਾ ਲੱਗੇਗਾ। ਤੇ ਤੁਹਾਡੇ ਲਈ ਇੱਕ ਖਾਸ ਤੌਰ ਤੇ ਹੋਰ ਚੀਜ਼ ਸਪੈਸ਼ਲ ਆ, ਨੀਚੇ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਜੋੜਿਆ ਹੋਇਆ ਆ। ਉਹ ਲਿੰਕ ਹੈਗਾ ਹੈ ਇੱਕ ਆਨਲਾਈਨ ਟੈਸਟ ਦਾ, ਉਸ ਦੇ ਵਿੱਚ ਮੈਂ 40 ਕੁਐਸਚਨ ਐਡ ਕੀਤੇ ਹੋਏ ਨੇ। ਸਾਰਿਆਂ ਨੇ ਲਿੰਕ ਦੇ ਉੱਪਰ ਕਲਿੱਕ ਕਰਕੇ ਆਪਣਾ ਜਵਾਬ ਦੇਣਾ ਹੈ ਵੇਰੋ ਅਤੇ ਫਾਲਸੋ ਦਾ। ਇਹ ਜਿਹੜੇ 40 ਦੇ 40 ਕੁਐਸਚਨ ਹੋਣਗੇ, ਇਹਨਾਂ ਦੀ ਇੱਕ ਵੀਡੀਓ ਮੈਂ ਦੁਬਾਰਾ ਫਿਰ ਤੁਹਾਡੇ ਲਈ YouTube ਦੇ ਉੱਪਰ ਪਾਵਾਂਗਾ, ਜਿਨ੍ਹਾਂ ਨੂੰ ਤੁਸੀਂ ਇਹ ਦੇਖਣਾ ਵੀ ਆਪਾਂ ਕਿੱਥੇ ਗਲਤੀ ਕੀਤੀ ਸੀਗੀ। ਸੋ ਅੱਜ ਦੀ ਵੀਡੀਓ ਨੂੰ ਨਾ ਸਮਾਂ ਬਰਬਾਦ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ। ਆਓ ਜੀ। ਸੋ ਖਾਸ ਤੌਰ ਤੇ ਗੱਲ ਕਰਾਂਗੇ ਆਪਾਂ ਕਾਊਜ਼ਾ ਪ੍ਰੋਬੈਬਲੀ ਦੀ ਇੰਸੀਡੈਂਟੀ। ਰੋਡ ਦੇ ਵਿੱਚ ਐਕਸੀਡੈਂਟ ਹੋਣੇ ਦੇ ਰੀਜ਼ਨ ਕਿਹੜੇ ਕਿਹੜੇ ਹੁੰਦੇ ਨੇ? ਰੋਡ ਦੇ ਉੱਪਰ ਐਕਸੀਡੈਂਟ ਹੋਣੇ ਦੇ ਰੀਜ਼ਨ ਦਰਅਸਲ ਹੁੰਦੇ ਨੇ ਜ਼ਿਆਦਾਤਰ ਜਦੋਂ ਇੱਕ ਕੂਰਵਾ ਆ ਜਾਵੇ ਤੇ ਕੂਰਵੇ ਦੇ ਬਾਰੇ ਸਾਨੂੰ ਸਾਈਨ ਬੋਰਡ ਨਾ ਲਗਾ ਕੇ ਦੱਸਿਆ ਜਾਵੇ, ਉਹ ਇੱਕ ਐਕਸੀਡੈਂਟ ਦਾ ਰੀਜ਼ਨ ਆ। ਸੜਕ ਟੁੱਟੀ ਮਿਲ ਜਾਵੇ, ਇਹ ਵੀ ਇੱਕ ਐਕਸੀਡੈਂਟ ਦਾ ਰੀਜ਼ਨ ਆ। ਸੜਕ ਸ਼ਿਵੋਲੋਜ਼ੋ ਤਿਲਕਣ ਵਾਲੀ ਮਿਲ ਜਾਂਦੀ ਆ ਤਾਂ ਵੀ ਇੱਕ ਐਕਸੀਡੈਂਟ ਦਾ ਰੀਜ਼ਨ ਆ। ਤੰਗ ਜਗ੍ਹਾ ਮਿਲ ਜਾਵੇ ਅਚਾਨਕ ਤੇ ਉਸ ਦੇ ਬਾਰੇ ਕੋਈ ਸਾਈਨ ਬੋਰਡ ਨਾ ਲਗਾ ਕੇ ਦੱਸਿਆ ਜਾਵੇ, ਇਹ ਵੀ ਇੱਕ ਐਕਸੀਡੈਂਟ ਦਾ ਰੀਜ਼ਨ ਆ। ਸੈਮਾਫੋਰ ਜਦੋਂ ਲੱਗੀਆਂ ਹੁੰਦੀਆਂ ਨੇ ਤੇ ਉਸ ਟਾਈਮ ਇਹ ਕਾਰਨ ਇੰਸੀਡੈਂਟ ਦਾ ਨਹੀਂ ਹੁੰਦਾ, ਲੇਕਿਨ ਹਾਂ ਇੱਕ ਚੌਂਕ ਆ ਜਾਵੇ ਅਚਾਨਕ, ਇਹ ਇੱਕ ਐਕਸੀਡੈਂਟ ਦਾ ਕਾਰਨ ਆ ਜਿਹੜਾ ਉਹ ਬਣ ਸਕਦਾ ਹੈ। ਜਾਂ ਫਿਰ ਕਹਿ ਸਕਦੇ ਆ ਵੀ ਰੋਡ ਦੇ ਵਿੱਚ ਜਿਹੜੀਆਂ ਸੈਨਿਅਲਾਤਿਕਾ ਓਰੀਜ਼ੋਨਟਾਲੇ, ਸੈਨਿਅਲਾਤਿਕਾ ਕਿਹਨਾਂ ਨੂੰ ਕਹਿੰਦੇ ਨੇ? ਸੈਨਿਅਲਾਤਿਕਾ ਓਰੀਜ਼ੋਨਟਾਲੇ ਕਿਹਾ ਜਾਂਦਾ ਆ ਜਿਹੜੀਆਂ ਰੋਡ ਦੇ ਵਿੱਚ ਪੇਂਟ ਕੀਤੀਆਂ ਹੋਈਆਂ ਲਾਈਨਾਂ ਹੁੰਦੀਆਂ ਨੇ। ਅਗਰ ਇਹ ਨਾ ਹੋਣ ਤਾਂ ਇਹ ਇੱਕ ਐਕਸੀਡੈਂਟ ਦਾ ਕਾਰਨ ਵਾਕਈ ਹੀ ਬਣ ਸਕਦਾ ਹੈ। ਸੋ ਅਗਲੇ ਸਕੇਦੇ ਵੱਲ ਵਧਦੇ ਹਾਂ। ਇਨ ਕਾਜ਼ੋ ਦੀ ਪਿਓਜਾ, ਬਾਰਿਸ਼ ਦੇ ਵਿੱਚ ਕਿਹੜੀ ਚੀਜ਼ ਸਾਡੇ ਲਈ ਜ਼ਰੂਰੀ ਹੁੰਦੀ ਆ? ਕਿਹੜੀ ਚੀਜ਼ ਦਾ ਧਿਆਨ ਵਰਤਣਾ ਚਾਹੀਦਾ? ਬਾਰਿਸ਼ ਦੇ ਵਿੱਚ ਇੱਕ ਤਾਂ ਤੁਸੀਂ ਬ੍ਰੇਕ ਆ ਉਸ ਨੂੰ ਬਰੂਸਕਾਮੈਂਟੇ ਨਹੀਂ ਲਗਾਉਣਾ, ਇੱਕਦਮ ਬ੍ਰੇਕ ਨਹੀਂ ਲਗਾਉਣੀ ਚਾਹੀਦੀ। ਬਾਰਿਸ਼ ਦੇ ਵਿੱਚ ਸ਼ੀਸ਼ਿਆਂ ਦੇ ਵਿੱਚ ਇਹ ਵੀ ਤਾਰੀ ਦੀ ਅਪਨਾਮੈਂਟੋ, ਜਿਵੇਂ ਕਿ ਆਪਾਂ ਕਹਿ ਦਿੰਦੇ ਆ ਭਾਫ ਹੋਣੇ ਤੋਂ ਬਚਾਉਣਾ ਆ, ਯਾਨੀ ਗੱਡੀ ਦੇ ਸ਼ੀਸ਼ਿਆਂ ਦੇ ਵਿੱਚ ਭਾਫ ਪੈਦਾ ਹੋ ਜਾਂਦੀ ਹੈ ਨਾ, ਉਸ ਚੀਜ਼ ਤੋਂ ਆਪਾਂ ਬਚਾਅ ਕਰਨਾ ਹੈ। ਸਪੀਡ ਨੂੰ ਓਬਵੀਅਸਲੀ ਰੀਦੂਰੇ ਕਰਕੇ ਚੱਲਾਂਗੇ। ਰੀਦੂਰੇ ਦਾ ਮਤਲਬ ਹੁੰਦਾ ਵੀ ਘਟਾ ਕੇ ਚੱਲਣੀ ਚਾਹੀਦੀ ਹੈ। ਤੇ ਪਲੱਸ ਜੇਕਰ ਗੱਲ ਕਰੀਏ ਇਸ ਦੇ ਵਿੱਚ ਜਿਹੜੇ ਤਿਰਜੀ ਕ੍ਰਿਸਤਾਲੀ ਹੁੰਦੇ ਨੇ, ਤਿਰਜੀ ਕ੍ਰਿਸਤਾਲੀ ਕਿਹਨਾਂ ਨੂੰ ਕਹਿੰਦੇ ਨੇ? ਤਿਰਜੀ ਕ੍ਰਿਸਤਾਲੀ ਕਿਹਾ ਜਾਂਦਾ ਗੱਡੀ ਦੇ ਜਿਹੜੇ ਵਾਈਪਰ ਹੁੰਦੇ ਨੇ, ਯਾਨੀ ਕਿ ਸਾਫ਼ ਕਰਨ ਵਾਲੇ, ਉਹ ਬਾਰਿਸ਼ ਦੇ ਵਿੱਚ ਚਲਦੇ ਹੀ ਰਹਿਣੇ ਚਾਹੀਦੇ ਹੁੰਦੇ ਨੇ। ਇਹ ਸੀਗੇ ਕਾਜ਼ੋ ਦੀ ਪਿਓਜਾ। ਬਾਰਿਸ਼ ਦੇ ਵਿੱਚ ਸਕੂਜ਼ਾ ਕਿਹੜੀ ਕਿਹੜੀ ਚੀਜ਼ ਸਾਡੇ ਲਈ ਜ਼ਰੂਰੀ ਹੁੰਦੀ ਆ? ਅਗਲੇ ਸਕੇਦੇ ਦੇ ਅੰਦਰ ਆਕਵਾ ਪਲੈਨਿੰਗ। ਆਕਵਾ ਪਲੈਨਿੰਗ ਕਿਸ ਨੂੰ ਕਹਿੰਦੇ ਨੇ? ਜਦੋਂ ਇੱਕ ਗੱਡੀ ਪਾਣੀ ਦੇ ਵਿੱਚੋਂ ਨਿਕਲਦੀ ਹੈ, ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਅਸਰ ਮਹਿਸੂਸ ਜਲਦੀ ਹੁੰਦਾ ਹੈ? ਕਿਹੜੀਆਂ ਗੱਡੀਆਂ ਦੀ ਪਕੜ ਘਟ ਸਕਦੀ ਹੈ? ਕਿਹੜੀ ਗੱਡੀ ਡੋਲ ਸਕਦੀ ਹੈ? ਇੱਕ ਤਾਂ ਗੱਡੀ ਦੀ ਤੇਜ਼ ਸਪੀਡ ਹੋਵੇ, ਉਹਨਾਂ ਦੇ ਵਿੱਚ ਅਕਸਰ ਪਾਣੀ ਦੇ ਵਿੱਚ ਜਦੋਂ ਲੰਘਦੀਆਂ ਨੇ ਗੱਡੀਆਂ ਡੋਲ ਜਾਂਦੀਆਂ ਨੇ। ਤੇਜ਼ ਸਪੀਡ ਹੋਵੇ ਜਾਂ ਫਿਰ ਹਲਕੀਆਂ ਗੱਡੀਆਂ ਜਾਂ ਫਿਰ ਗੱਡੀ ਦੇ ਟਾਇਰ ਕੱਸੇ ਹੋਏ ਨੇ। ਸੋ ਆਕਵਾ ਪਲੈਨਿੰਗ ਦਾ ਖਾਸ ਤੌਰ ਤੇ ਉਹਨਾਂ ਗੱਡੀਆਂ ਦੇ ਉੱਪਰ ਅਸਰ ਪੈਂਦਾ ਆ, ਉਹਨਾਂ ਗੱਡੀਆਂ ਨੂੰ ਜ਼ਿਆਦਾ ਮਹਿਸੂਸ ਹੁੰਦਾ ਜਿਨ੍ਹਾਂ ਗੱਡੀਆਂ ਦੇ ਟਾਇਰ ਕੱਸੇ ਹੋਣ, ਜਿਨ੍ਹਾਂ ਗੱਡੀਆਂ ਦੀ ਸਪੀਡ ਜ਼ਿਆਦਾ ਤੇਜ਼ ਹੋਵੇ ਅਤੇ ਜਿਹੜੀਆਂ ਗੱਡੀਆਂ ਹੋਣਗੀਆਂ ਹਲਕੀਆਂ। ਸੋ ਇਹਨਾਂ ਦੇ ਵਿੱਚ ਜ਼ਿਆਦਾ ਪਾਚਨਮੈਂਟ ਤੇ ਜ਼ਿਆਦਾਤਰ ਉਹਨਾਂ ਗੱਡੀਆਂ ਦੇ ਵਿੱਚ ਮਹਿਸੂਸ ਹੁੰਦਾ ਹੈ ਜਿਹੜੀਆਂ ਗੱਡੀਆਂ ਹਲਕੀਆਂ ਹੁੰਦੀਆਂ ਨੇ ਤੇ ਟਾਇਰ ਵੀ ਜਦੋਂ ਕੱਸਿਆ ਹੁੰਦਾ ਹੈ ਗੱਡੀ ਉਦੋਂ ਸਲਿੱਪ ਕਰ ਜਾਂਦੀ ਹੈ। ਨੈਕਸਟ ਜੋ ਹੈਗਾ ਆ ਸਤਰਾਦੇ ਕੋਪਰਤੇ ਦੇ ਨੇੜੇ, ਇੱਕ ਸੜਕ ਦੇ ਉੱਪਰ ਗੱਡੀ ਲੈ ਕੇ ਚੱਲਦੇ ਆ, ਜਿਸ ਸੜਕ ਦੇ ਉੱਪਰ ਬਰਫ਼ ਪਈ ਹੁੰਦੀ ਆ, ਜਿਸ ਸੜਕ ਦੇ ਉੱਪਰ ਬਰਫ਼ ਪਈ ਹੁੰਦੀ ਹੈ ਨਾ,
ਉਹਨਾਂ ਸੜਕਾਂ ਦੇ ਉੱਪਰ ਖਾਸ ਤੌਰ ਤੇ ਜੇ ਤਾਂ ਆਪਾਂ ਗੱਲ ਕਰਦੇ ਹਾਂ ਬਰਫ਼ ਵਾਲੇ ਟਾਇਰਾਂ ਦੀ, ਬਰਫ਼ ਵਾਲੇ ਟਾਇਰਾਂ ਨੂੰ ਕਹਿੰਦੇ ਨੇ ਪਨਿਊਮਾਟਿci ਇਨਵਰਨਾਲੀ। ਬਰਫ਼ ਵਾਲੇ ਟਾਇਰ ਚਾਰੇ ਹੀ ਟਾਇਰਾਂ ਦੇ ਉੱਪਰ ਲਗਾ ਕੇ ਸਾਨੂੰ ਚੱਲਣੇ ਚਾਹੀਦੇ ਹੁੰਦੇ ਨੇ, ਕਿਉਂਕਿ ਬਰਫ਼ ਵਾਲੇ ਟਾਇਰ ਚਾਰੇ ਹੀ ਟਾਇਰਾਂ ਦੇ ਉੱਪਰ ਪੈਂਦੇ ਨੇ। ਜੇਕਰ ਗੱਲ ਕਰੀਏ ਵੀ ਬਰਫ਼ ਵਾਲੀਆਂ ਚੇਨਾਂ ਉਹਨਾਂ ਟਾਇਰਾਂ ਦੇ ਉੱਪਰ ਜਾ ਕੇ ਲੱਗਦੀਆਂ ਨੇ ਜਿਨ੍ਹਾਂ ਟਾਇਰਾਂ ਦੇ ਵਿੱਚ ਪਾਵਰ ਹੁੰਦੀ ਹੈ, ਜਿਹੜੇ ਟਾਇਰ ਜ਼ੋਰ ਮਾਰਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰੋਤੇ ਮੋਤਰੀਚੀ। ਤੇ ਦੂਰੀ ਵਧਾ ਕੇ ਚੱਲਣੀ ਚਾਹੀਦੀ ਹੈ, ਵਧਾਉਣ ਨੂੰ ਕਹਿੰਦੇ ਨੇ ਆਉਮੈਂਟਾਰੇ। distanza di sicurezza, ਸੇਫਟੀ ਫਾਸਲਾ ਵਧਾ ਕੇ ਚੱਲਣਾ ਚਾਹੀਦਾ। evitare ਤੇ ਬਚਣਾ ਚਾਹੀਦਾ ਹੁੰਦਾ ਹੈ। brusche accelerazioni, ਇੱਕਦਮ ਰੇਸਾਂ ਦੇਣੇ ਤੋਂ ਬਚਣਾ ਚਾਹੀਦਾ, ਇੱਕਦਮ ਸਟੀਅਰਿੰਗ ਘੁਮਾਉਣੇ ਤੋਂ ਬਚਣਾ ਚਾਹੀਦਾ ਤੇ ਜ਼ਰੂਰਤ ਹੁੰਦੀ ਹੈ ਕਿ ਸਪੀਡ ਨੂੰ ਘਟਾ ਕੇ ਚੱਲੀਏ। ਸੋ ਬਰਫ਼ ਦੇ ਵਿੱਚ ਖਾਸ ਤੌਰ ਤੇ ਇੱਕ ਤਾਂ ਸਟੀਅਰਿੰਗ ਨਹੀਂ ਘੁਮਾ ਕੇ ਚੱਲਣਾ ਚਾਹੀਦਾ, ਤੇਜ਼ ਬ੍ਰੇਕ ਨਹੀਂ ਲਗਾਉਣੀ ਚਾਹੀਦੀ, ਇੱਕਦਮ ਰੇਸਾਂ ਨਹੀਂ ਦੇਣੀਆਂ ਚਾਹੀਦੀਆਂ। ਹੋ ਸਕੇ ਤਾਂ ਬਰਫ਼ ਵਾਲੀਆਂ ਚੇਨਾਂ ਪਾ ਕੇ ਚੱਲੀਏ। ਜੇਕਰ ਬਰਫ਼ ਵਾਲੀਆਂ ਚੇਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਟਾਇਰਾਂ ਦੇ ਉੱਪਰ ਪਾਉਣੀਆਂ ਚਾਹੀਦੀਆਂ ਜਿਨ੍ਹਾਂ ਟਾਇਰਾਂ ਦੇ ਵਿੱਚ ਪਾਵਰ ਹੁੰਦੀ ਹੈ। ਤੇ ਬਰਫ਼ ਵਾਲੇ ਟਾਇਰ ਸਾਰੇ ਹੀ ਟਾਇਰਾਂ ਦੇ ਉੱਪਰ ਪਾ ਕੇ ਚੱਲਣੇ ਚਾਹੀਦੇ ਨੇ। ਅਗਲੇ ਦੇ ਅੰਦਰ ਜੋ ਹੈਗਾ ਆ, ਇਸ ਦੇ ਅੰਦਰ ਜੋ ਤਰਾਤੀ ਦੀ ਸਟਰਾਦਾ ਗਿਆਚਾਤੀ। ਓਕੇ, ਨੇਵੇ ਤੇ ਗਿਆਚਾਤੀ ਦੇ ਵਿੱਚ ਫਰਕ ਕੀ ਹੁੰਦਾ? ਨੇਵੇ ਜਿਹੜੀ ਆਸਮਾਨ ਤੋਂ ਸਨੋ ਪੈਂਦੀ, ਗਿਆਚੋ ਜਿਹੜੀ ਥੱਲੇ ਜਦੋਂ ਟੈਂਪਰੇਚਰ ਜ਼ਿਆਦਾ ਠੰਡ ਹੋ ਜਾਂਦੀ ਹੈ ਨਾ ਤੇ ਜ਼ਮੀਨ ਦੇ ਉੱਪਰ ਵੀ ਬਰਫ਼ ਜੰਮ ਜਾਂਦੀ ਹੈ। ਸੋ ਇਹਨਾਂ ਦੇ ਉੱਪਰ ਵੀ ਸੇਮ ਉਹੀ ਚੀਜ਼ ਆ ਜੋ ਚੀਜ਼ ਮੈਂ ਪਹਿਲਾਂ ਸਮਝਾ ਕੇ ਹਟਿਆ। ਇੱਕਦਮ ਰੇਸ ਨਹੀਂ ਦੇਣੀ, ਇੱਕਦਮ ਬ੍ਰੇਕ ਨਹੀਂ ਲਗਾਣੀ, ਇੱਕਦਮ ਸਟੀਅਰਿੰਗ ਨਹੀਂ ਘੁਮਾਉਣਾ। ਇਹ ਕਿਹੜੇ ਮਨੋਵਰੇ ਨੇ? ਬਰੂਸਕਾਮੈਂਤੇ, ਇੱਕਦਮ ਕਰਨ ਵਾਲੇ ਕੋਈ ਵੀ ਕੰਮ ਨੂੰ ਨਹੀਂ ਕੀਤਾ ਜਾਵੇਗਾ। ਇਹਨਾਂ ਦੇ ਉੱਪਰ ਜਿਹੜੀ ਪਕੜ ਆ ਉਹ ਘਟ ਜਾਂਦੀ ਹੈ, ਪਕੜ ਘਟ ਜਾਵੇਗੀ। ਤੇ ਜਦੋਂ ਆਪਾਂ ਉਤਰਾਈ ਵੱਲ ਚੱਲਣਾ ਹੈ, ਉਤਰਾਈ ਨੂੰ ਬੋਲਦੇ ਨੇ ਦਿਸ਼ੇਜ਼ਾ ਵੱਲ ਜਦੋਂ ਆਪਾਂ ਚੱਲਾਂਗੇ ਤਾਂ ਖਾਸ ਤੌਰ ਤੇ ਜਿਹੜੇ ਮਾਰਚ ਹੋਣਗੇ, ਗੇਅਰ ਹੋਣਗੇ ਗੱਡੀ ਦੇ ਨਾ, ਉਹ ਆਪਾਂ ਛੋਟੇ ਪਾ ਕੇ ਚੱਲਣੇ ਹੁੰਦੇ ਨੇ ਵੀ ਇੱਕ ਸਹੀ ਤਰੀਕੇ ਤਰ੍ਹਾਂ ਪਕੜ ਬਣੀ ਆ ਰਵੇ ਤੇ ਜਿਹੜੀ ਸਪੀਡ ਆ ਉਸ ਨੂੰ ਆਪਾਂ ਓਬਵੀਅਸਲੀ ਘਟਾ ਕੇ ਹੀ ਚੱਲਾਂਗੇ। ਅਗਲੇ ਦੇ 2106 ਦੇ ਵਿੱਚ 2106 ਦੇ ਵਿੱਚ ਨੇਬੀਆ ਫੀਤਾ ਦੀ ਗੱਲ ਕੀਤੀ ਹੋਈ ਆ। ਨੇਬੀਆ ਫੀਤਾ ਕਿਸ ਨੂੰ ਬੋਲਦੇ ਨੇ? ਧੁੰਦ ਨੂੰ ਬੋਲਦੇ ਨੇ। ਜਦੋਂ ਰੋਡ ਦੇ ਉੱਪਰ ਜ਼ਿਆਦਾ ਧੁੰਦ ਪੈਂਦੀ ਹੈ, ਧੁੰਦ ਦੇ ਵਿੱਚ ਖਾਸ ਤੌਰ ਤੇ ਕਿਹੜੀ ਚੀਜ਼ਾਂ ਨੇ? ਰੁਕਣਾ ਨਹੀਂ ਚਾਹੀਦਾ ਹੁੰਦਾ। ਅਗਰ ਸਾਨੂੰ ਜ਼ਿਆਦਾ ਜ਼ਰੂਰਤ ਨਹੀਂ ਨਾ ਪੈ ਰਹੀ ਤਾਂ ਰੋਡ ਦੇ ਉੱਪਰ ਸਾਨੂੰ ਰੁਕਣ ਦਾ ਕੰਮ ਨਹੀਂ ਕਰਨਾ ਚਾਹੀਦਾ। ਕੀ ਕਹਿ ਰਿਹਾ? ਸੇ ਨੋਨ ਪਰ ਕਾਊਜ਼ਾ ਦੀ ਫੋਰਸਾ ਮਾਜੋਰੇ, ਜੇਕਰ ਆਪਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਪੈ ਰਹੀ ਤੇ ਆਪਾਂ ਰੁਕਾਂਗੇ ਨਹੀਂ। ਕਦੋਂ? ਜਦੋਂ ਰੋਡ ਦੇ ਵਿੱਚ ਧੁੰਦ ਆ ਜਿਹੜੀ ਉਹ ਪਈ ਹੁੰਦੀ ਆ। ਧੁੰਦ ਵਾਲੀ ਲਾਈਟ ਨੂੰ ਕਹਿੰਦੇ ਨੇ ਲੂਚੇ ਪੋਸਟੀਰੀਓਰੇ ਪਰ ਨੇਬੀਆ। ਉਹ ਲਾਈਟ ਧੁੰਦ ਵਾਲੀ, ਗੱਡੀ ਦੀਆਂ ਦੋਨੋਂ ਲਾਈਟਾਂ ਹੁੰਦੀਆਂ ਨੇ, ਪਿਛਲੀਆਂ ਵੀ ਧੁੰਦ ਵਾਲੀਆਂ ਲਾਈਟਾਂ ਹੁੰਦੀਆਂ ਨੇ ਤੇ ਅੱਗੀਆਂ ਵੀ ਹੁੰਦੀਆਂ ਨੇ, ਲੇਕਿਨ ਹਾਂ ਹਰ ਇੱਕ ਗੱਡੀ ਦੇ ਵਿੱਚ ਨਹੀਂ ਲੱਗੀ ਹੁੰਦੀ। ਅਗਰ ਧੁੰਦ ਵਾਲੀ ਲਾਈਟ ਤੁਹਾਡੀ ਗੱਡੀ ਦੇ ਵਿੱਚ ਲੱਗੀ ਹੋਈ ਆ ਤਾਂ ਧੁੰਦ ਵਾਲੀ ਲਾਈਟ ਦਾ ਇਸਤੇਮਾਲ ਯਾਨੀ ਕਿ ਉਪਯੋਗ, ਇਸ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ। ਲੋੜ ਪੈਂਦੀ ਆ ਤਾਂ ਰੁਕੀਏ। ਨੇਚੇਸਾਰੀ ਦਾ ਮਤਲਬ ਜ਼ਰੂਰਤ ਪੈਣ ਦੀ। ਕਦੋਂ ਰੁਕਣਾ ਤੇ ਕਿੱਥੇ ਚਾਹੀਦਾ? ਫੌਰੀ ਦੇ ਲਾ ਕਰੇ ਜਾਂਦਾ, ਜਿਹੜਾ ਰੋਡ ਹੁੰਦਾ ਹੈ ਨਾ ਧੁੰਦ ਦੇ ਵਿੱਚ, ਰੋਡ ਤੋਂ ਬਾਹਰ ਜਾ ਕੇ ਰੁਕਣਾ ਚਾਹੀਦਾ, ਕਿਉਂਕਿ ਧੁੰਦ ਦੇ ਵਿੱਚ ਗੱਡੀਆਂ ਤਾਂ ਦਿਸਦੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਆਪਾਂ ਨੂੰ ਹੋ ਸਕੇ ਤਾਂ ਕਰੇ ਜਾਂਦੇ ਤੋਂ ਬਾਹਰ ਰੁਕੀਏ। ਸਪੀਡ ਕਿੰਨੀ ਕੁ ਬਣਾ ਕੇ ਰੱਖਣੀ ਚਾਹੀਦੀ ਹੈ? ਵਿਜ਼ਿਬਿਲਿਟਾ ਦੇ ਅਕੋਰਡਿੰਗ, ਯਾਨੀ ਕਿ ਸਪੀਡ ਐਡਜਸਟ ਕਰਾਂਗੇ ਜਿੰਨਾ ਕਿ ਸਾਨੂੰ ਦਿਖਾਈ ਦੇ ਰਿਹਾ ਹੋਵੇਗਾ, ਉਸ ਦੇ ਅਕੋਰਡਿੰਗ ਹੀ ਸਾਨੂੰ ਸਪੀਡ ਬਣਾ ਕੇ ਚੱਲਣੀ ਚਾਹੀਦੀ ਹੈ। ਤੇ ਮਾਸਿਮਾ ਪ੍ਰੂਡੈਂਸਾ, ਜ਼ਿਆਦਾ ਸਾਵਧਾਨੀ ਤੇ ਕੌਨਸੈਂਟ੍ਰੇਸ਼ਨੇ ਵੀ ਧਿਆਨ ਨੂੰ ਕਹਿੰਦੇ ਨੇ। ਸਾਵਧਾਨੀ ਤੇ ਧਿਆਨ ਸਾਡਾ ਜ਼ਿਆਦਾ ਹੋਣਾ ਚਾਹੀਦਾ ਹੁੰਦਾ ਹੈ। ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵਾਂ, ਜੋ ਕੁਐਸਚਨ ਨੰਬਰ 14 ਦੇ ਵਿੱਚ ਸਾਨੂੰ ਕਹਿ ਰਿਹਾ ਆ ਵੀ ਅਗਰ ਤੁਹਾਡੇ ਕੋਲ ਜੋ ਕਿ ਅੰਨਾ ਬਲਿਆਂਤੀ ਨੋਰਮਲ ਲਾਈਟਾਂ ਨਹੀਂ ਚੱਲਦੀਆਂ ਪਈਆਂ, ਨੋਰਮਲ ਲਾਈਟਾਂ ਨੂੰ ਅੰਨਾ ਬਲਿਆਂਤੀ ਕਿਹਾ ਜਾਂਦਾ, ਤੇ ਉਸ ਟਾਈਮ ਆਪਾਂ ਗੱਡੀ ਦੀਆਂ ਕਿਹੜੀਆਂ ਲਾਈਟਾਂ ਚਲਾਵਾਂਗੇ? ਫੇਂਦੀ ਨੇਬੀਆਂ, ਧੁੰਦ ਵਾਲੀ ਲਾਈਟ ਜਿਹੜੀ ਗੱਡੀ ਦੀ ਹੋਵੇਗੀ ਉਹਨਾਂ ਨੂੰ ਔਨ ਕਰਕੇ ਚੱਲਾਂਗੇ। ਤੇ ਕਿਹਨਾਂ ਦੇ ਸਹਾਰੇ ਚੱਲਣਾ ਚਾਹੀਦਾ? ਗੱਡੀ ਨੂੰ ਚਲਾਉਣਾ ਚਾਹੀਦਾ ਹੁੰਦਾ ਰੋਡ ਵਾਲੀਆਂ ਲਾਈਨਾਂ ਦੇ ਸਹਾਰੇ,
ਜਿਹੜੀਆਂ ਰੋਡ ਵਾਲੀਆਂ ਲਾਈਨਾਂ ਹੁੰਦੀਆਂ ਨੇ ਨਾ ਪੇਂਟ ਕੀਤੀਆਂ ਹੋਈਆਂ ਵਾਈਟ ਕਲਰ ਦੀਆਂ, ਉਹਨਾਂ ਦੇ ਸਹਾਰੇ ਤੇ ਚੱਲਣਾ ਚਾਹੀਦਾ ਹੁੰਦਾ ਗੱਡੀ ਨੂੰ ਲੈ ਕੇ। ਅਗਲੇ 'ਚ ਜਦੋਂ ਗੱਡੀ ਫਸ ਜਾਂਦੀ ਆ, ਜਦੋਂ ਗੱਡੀ ਸਾਡੀ ਰੇਤ ਤੇ ਜਾਂ ਫਿਰ ਫਸ ਜਾਵੇ ਬਰਫ਼ ਤੇ, ਜੇਕਰ ਆਪਾਂ ਛੋਟੇ ਗੇਅਰ ਦੇ ਨਾਲ ਨਿਕਲ ਨਹੀਂ ਪਾ ਰਹੇ ਤੇ ਸਾਨੂੰ ਇੱਕ ਵੱਡਾ ਗੇਅਰ ਪਾਉਣਾ ਚਾਹੀਦਾ। una marcia superiore ਜਿਸ ਨੂੰ ਬੋਲਦੇ ਨੇ, ਯਾਨੀ ਕਿ ਮਾਰਚਾ ਸੁਪਰੀਓਰੇ। ਅਗਰ ਪਹਿਲੇ ਛੋਟੇ ਗੇਅਰ ਦੇ ਨਾਲ ਨਹੀਂ ਨਾ ਨਿਕਲ ਪਾ ਰਹੇ ਕੋਲ ਪ੍ਰੀਮਾ ਮਾਰਚਾ, ਤੇ ਆਪਾਂ ਨੂੰ ਇੱਕ ਵੱਡੇ ਗੇਅਰ ਦੇ ਨਾਲ ਪਾ ਕੇ ਨਿਕਲ ਜਾਣਾ ਚਾਹੀਦਾ, ਕਿਉਂਕਿ ਫਿਰ ਆਪਾਂ ਨੂੰ ਵਧੀਆ ਨਿਕਲਣ ਦਾ ਕੰਮ ਆਪਾਂ ਕਰ ਸਕਦੇ ਹਾਂ। ਜੇਕਰ ਸਲਾਹ ਇਸ ਤੋਂ ਇਲਾਵਾ ਹੋਰ ਕਿਹੜੀ ਹੈ ਵੀ ਗੱਡੀ ਦੇ ਥੱਲੇ ਨਾ ਆਪਾਂ ਟਾਇਰਾਂ ਦੇ ਨੀਚੇ ਜਾਂ ਤਾਂ ਆਪਾਂ ਮੈਟ ਰੱਖ ਦਈਏ ਗੱਡੀ ਦੇ, ਜਿਨ੍ਹਾਂ ਨੂੰ ਤਪੇਤੀ ਬੋਲਦੇ ਨੇ, ਜਾਂ ਲੱਕੜ ਦਾ ਟੁਕੜਾ ਰੱਖ ਦਈਏ। ਕੁਝ ਐਸਾ ਕੰਮ ਕਰੀਏ ਟਾਇਰਾਂ ਦੇ ਨੀਚੇ ਰੱਖਣ ਦੇ ਵਿੱਚ ਥੱਲੇ, ਜੋ ਉਸ ਦੀ ਪਕੜ ਨੂੰ ਸਹੀ ਕਰ ਸਕੇ। 2111 2111 ਦੇ ਵਿੱਚ ਪਨੈਲੀ ਇਨ ਗੈਲਰੀਆ, ਪਨੈਲੀ ਇਨ ਗੈਲਰੀਆ ਜਿਹੜੀਆਂ ਪਨੈਲੀਆਂ ਮਿਲਦੀਆਂ ਨੇ ਗੈਲਰੀ ਦੇ ਅੰਦਰ, ਉਹਨਾਂ ਦੇ ਬਾਰੇ। ਸੋ ਜੀ ਹਾਂ, ਜਦੋਂ ਕਈ ਵਾਰ ਕੀ ਹੁੰਦਾ ਵੀ ਗੈਲਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ, ਆਪਾਂ ਉਸ ਸਿਗਨਲ ਨੂੰ ਫੋਲੋ ਕਰਦੇ ਹਾਂ ਜਿਹੜਾ ਸਿਗਨਲ ਵੀਆ ਦੀ ਫੂਗਾ ਹੁੰਦਾ ਆ, ਬਾਹਰ ਜਾਣ ਵਾਲਾ ਰਸਤਾ ਹੁੰਦਾ ਆ, ਉਹਨੂੰ ਫੋਲੋ ਕਰਨਾ ਚਾਹੀਦਾ। ਲੇਕਿਨ ਹਾਂ, ਜੇਕਰ ਉਸ ਟਾਈਮ ਕੋਈ ਸਰਵਿਸ ਕਰਨ ਵਾਲਾ ਪਰਸਨ, ਫਾਇਰ ਬ੍ਰਿਗੇਡ ਵਾਲਾ ਉੱਥੇ ਸਰਵਿਸ ਕਰ ਰਹੇ ਆ, ਜਿਹਨੂੰ ਬੋਲਦੇ ਨੇ ਵਿਜਲੀ ਦਲ ਫੋਕੋ ਵਾਲੇ, ਉਹ ਕਹਿ ਰਹੇ ਵੀ ਇਸ ਤਰਫ ਨੂੰ ਨਾ ਜਾਓ ਤੇ ਉਸ ਤਰਫ ਨੂੰ ਜਾਓ ਜਿਸ ਤਰਫ ਨੂੰ ਉਹਦੀ ਆਵਾਜ਼ ਆ ਰਹੀ ਹੈ। ਸੋ ਜੀ ਹਾਂ, ਫਿਰ ਆਪਾਂ ਨੂੰ ਸਿਗਨਲ ਨੂੰ ਫੋਲੋ ਨਹੀਂ ਕਰਨਾ ਚਾਹੀਦਾ, ਫਿਰ ਆਪਾਂ ਨੂੰ ਉਸਦੀ ਆਵਾਜ਼ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਸਰਵਿਸ ਕਰ ਰਿਹਾ ਆ ਉਹ ਕੀ ਕਹਿ ਰਿਹਾ ਹੈ। ਯਾਨੀ ਕਿ ਆਪਾਂ ਜੋ ਪਰਸੋਂ ਨਾਲੇ ਬੋਲਦਾ ਹੋਵੇਗਾ ਉਸਦੀ ਆਵਾਜ਼ ਵੱਲ ਧਿਆਨ ਦੇਣਾ ਚਾਹੀਦਾ ਆ, ਖਾਸ ਤੌਰ ਤੇ ਨਾ ਕਿ ਡਾਇਰੈਕਸ਼ਨ ਉਸ ਸਿਗਨਲ ਦੇ ਵਿੱਚ ਲਿਖੀ ਗਈ ਦੇ ਅੰਦਰ। ਸੋ ਜਦੋਂ ਇੱਕ ਸਿਗਨਲ ਹੋਵੇ ਫਿਰ ਤਾਂ ਸਿਗਨਲ ਨੂੰ ਫੋਲੋ ਕਰੋ। ਲੇਕਿਨ ਹਾਂ, ਜਦੋਂ ਫਾਇਰ ਬ੍ਰਿਗੇਡ ਵਾਲੇ ਸਰਵਿਸ ਕਰਨ ਵਾਲੇ ਹੁੰਦੇ ਨੇ ਫਿਰ ਉਹਨਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ, ਫਿਰ ਆਪਾਂ ਗਲਤ ਡਾਇਰੈਕਸ਼ਨ ਵੱਲ ਜਾਣ ਤੋਂ ਬਚ ਸਕਦੇ ਹਾਂ। ਤੇ ਜਿਹੜੀ ਆਹ ਵਾਲੀ ਪਨੈਲੋ ਆ, ਇਹ ਏਸਤਿੰਤੋਰੇ, ਉਹ ਸਿਲੰਡਰ ਆ ਜੋ ਅੱਗ ਬੁਝਾਉਣ ਵਾਲਾ ਹੁੰਦਾ ਹੈ, ਗੈਲਰੀ ਦੇ ਵਿੱਚ ਹੀ ਲੱਗਿਆ ਮਿਲਦਾ, ਇਸ ਨੂੰ ਬੋਲਦੇ ਨੇ ਏਸਤਿੰਤੋਰੇ, ਏਸਤਿੰਤੋਰੇ ਬੋਲਿਆ ਜਾਂਦਾ ਹੈ। ਜਦੋਂ ਗੈਲਰੀ ਦੇ ਵਿੱਚ ਅੱਗ ਲੱਗ ਜਾਵੇ ਤਾਂ ਸਾਨੂੰ ਕਹਿੰਦੇ ਸਿਗਨਲ ਨੂੰ ਫੋਲੋ ਕਰਨਾ ਚਾਹੀਦਾ ਹੁੰਦਾ। ਜੋ ਤਾਲੀਆ ਫੋਕੋ ਕਿਹਨੂੰ ਕਹਿੰਦੇ ਨੇ, ਜਿਸ ਜਗ੍ਹਾ ਦੇ ਵਿੱਚ ਅੱਗ ਨਹੀਂ ਪਹੁੰਚ ਪਾਉਂਦੀ, ਤੇ ਖਾਸ ਤੌਰ ਤੇ ਗੈਲਰੀ ਦੇ ਅੰਦਰ ਦੂਰੀ ਵਧਾ ਕੇ ਚੱਲਣੀ ਚਾਹੀਦੀ ਹੁੰਦੀ ਹੈ। ਜੋ ਸੇਫਟੀ ਡਿਸਟੈਂਸ ਹੁੰਦਾ ਨਾ ਦੋ ਗੱਡੀਆਂ ਦੇ ਆਪਸ ਦੇ ਵਿੱਚ, ਉਹ ਜ਼ਿਆਦਾ ਕਰਕੇ ਚੱਲਣਾ ਚਾਹੀਦਾ। ਕਿਉਂਕਿ ਜਲਦੀ ਬਣ ਜਾਂਦੀ ਹੈ ਅੱਗ, ਤੇ ਅੱਗ ਲੱਗਣ ਦਾ ਖਤਰਾ ਬਣ ਸਕਦਾ ਹੈ। ਸੋ ਜਿੰਨੀ ਜ਼ਿਆਦਾ ਹੋ ਸਕੇ ਦੂਰੀ ਹੈ ਜਿਹੜੀ ਉਹ ਬਣਾ ਕੇ ਚੱਲਣੀ ਚਾਹੀਦੀ। ਇਹ ਪਨੈਲੋ ਹੋਵੇਗੀ ਜਿਹੜੀ ਬਾਹਰ ਨੂੰ ਲੈ ਕੇ ਜਾਣ ਵਾਲੀ ਹੁੰਦੀ ਹੈ, ਜਿਸ ਦਾ ਨਾਮ ਹੁੰਦਾ ਆ ਵੀਆ ਦੀ ਫੂਗਾ ਬੋਲਿਆ ਜਾਂਦਾ, ਵੀਆ ਦੀ ਫੂਗਾ। 12006 ਦੇ ਵਿੱਚ ਡਰਾਈਵਰ ਨੂੰ ਡਿਸਟਰਬੈਂਸ ਕਿਹੜੇ ਕਾਰਨ ਕਰਕੇ ਪਹੁੰਚਦੀ ਹੈ। ਇੱਕ ਸਿਗਰਟ ਔਨ ਕਰ ਲਵੇ, ਜਿਸ ਨੂੰ ਕਹਿੰਦੇ ਨੇ ਸਿਗਾਰੇਟਾ, attenzione di una sigaretta, ਵੀ ਅਗਰ ਸਿਗਰਟ ਵੀ ਚਲਾਉਂਦਾ ਆ ਤਾਂ ਉਹ ਵੀ ਕਾਰਨ ਇੱਕ ਡਰਾਈਵਰ ਦਾ ਧਿਆਨ ਘਟਾਣੇ ਦਾ ਹੋਵੇਗਾ। ਜਾਂ ਫਿਰ ਮੋਬਾਈਲ ਫੋਨ ਚਲਾਉਂਦਾ ਹੈ, ਜਿਸ ਨੂੰ ਬੋਲਦੇ ਨੇ ਸੈਲੂਲਾਰੇ, ਮੋਬਾਈਲ ਫੋਨ ਚਲਾਉਂਦਾ ਤਾਂ ਵੀ, ਜਾਂ ਫਿਰ ਕਹਿ ਸਕਦੇ ਹਾਂ ricerca dei comandi della radio o da altri apparecchi elettronici, ਕੁਝ ਆਪਾਂ ਐਸੇ ਡਿਵਾਈਸ ਦੇ ਨਾਲ ਛੇੜਖਾਨੀ ਕਰ ਰਹੇ ਹਾਂ ਜੋ ਇਲੈਕਟ੍ਰੋਨਿਕ ਹਿੱਸਾ ਆ, ਇਲੈਕਟ੍ਰੋਨਿਕ ਪਾਰਟ ਹੈ। ਨੋਰਮਲ ਗੱਲ ਹੈ, ਜਦੋਂ ਤੁਸੀਂ ਉਸ ਚੀਜ਼ ਦੇ ਨਾਲ ਛੇੜਖਾਨੀ ਕਰੋਗੇ ਧਿਆਨ ਤਾਂ ਉਸ ਪਾਸੇ ਨੂੰ ਹੀ ਜਾਵੇਗਾ ਨਾ, ਸੋ ਬਾਕੀ ਧਿਆਨ ਘਟ ਸਕਦਾ ਹੈਗਾ। ਖਤਰਾ ਉਦੋਂ ਵੀ ਪੈਦਾ ਹੋ ਸਕਦਾ ਆ ਤੁਸੀਂ ਜਦੋਂ ਮਿਲੇ ਸੈਕਿੰਡ ਜੋ ਸੈਕਿੰਡਾਂ ਤੋਂ ਵੀ ਘੱਟ ਹੁੰਦੇ ਨੇ। ਜਦੋਂ ਆਪਾਂ ਮਿਲੇ ਸੈਕਿੰਡ ਦੀ ਗੱਲ ਕਰੀਏ, ਯਾਨੀ 1 ਸੈਕਿੰਡ ਦਾ 1000ਵਾਂ ਹਿੱਸਾ ਮੰਨਿਆ ਜਾਂਦਾ ਹੈ, ਮਿਲੇ ਸੈਕਿੰਡ ਜਿਸ ਨੂੰ ਕਹਿੰਦੇ ਆਪਾਂ, ਉਦੋਂ ਵੀ ਸਾਡਾ ਗੱਡੀ ਦੇ ਵੱਲੋਂ ਧਿਆਨ ਘਟ ਸਕਦਾ ਆ, ਖਤਰਾ ਪੈਦਾ ਹੋ ਸਕਦਾ ਹੈ। ਗ੍ਰਾਵੀ ਕੌਨਸੀਗੁਐਂਸੇ ਦਾ ਮਤਲਬ ਹੁੰਦਾ ਵੀ ਨਤੀਜਾ, ਮਾੜਾ ਨਤੀਜਾ ਹੋ ਸਕਦਾ ਹੈ। ਇੰਸੀਡੈਂਟ ਦਾ ਰੋਡ ਦੇ ਵਿੱਚ ਐਕਸੀਡੈਂਟ ਦਾ ਕਾਰਨ ਹੋ ਸਕਦਾ ਹੈ।
ਡਰਾਈਵਰ ਨੂੰ ਅਗਰ ਡਿਸਟਰਬੈਂਸ ਪਹੁੰਚਦੀ ਹੈ ਤੇ ਮੇਨ ਵੱਡਾ ਕਾਰਨ ਇਹੋ ਹੀ ਆ ਜੋ ਐਕਸੀਡੈਂਟ ਦਾ ਕਾਰਨ ਬਣਦਾ ਹੈ। ਸੋ ਅੱਗੇ ਕੀ ਕਹਿ ਰਿਹਾ ਆ, ਆਪਾਂ ਜੇਕਰ ਗੱਡੀ ਦੇ ਵਿੱਚ ਸਕੈਮਾਸਾਂ ਨੂੰ ਉੱਚੀ ਆਵਾਜ਼ ਦੇ ਵਿੱਚ ਗੱਲਾਂ ਕਰਦੇ ਪਏ ਆ, ਸਕੈਮਾਸਾਂ ਨੂੰ ਬੋਲਦੇ ਨੇ ਉੱਚੀ ਆਵਾਜ਼ਾਂ ਦੇ ਨਾਲ ਗੱਲਾਂ ਕਰਨੀਆਂ, ਇਹ ਵੀ ਡਰਾਈਵਰ ਨੂੰ ਡਿਸਟਰਬੈਂਸ ਦਾ ਕਾਰਨ ਬਣਾ ਸਕਦਾ ਹੈ, ਇੱਕ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈਗਾ ਆ। ਸਕੈਮਾਸਾਂ ਉੱਚੀ ਆਵਾਜ਼ਾਂ ਦੇ ਵਿੱਚ ਗੱਲਾਂ ਕਰਨੀਆਂ। ਤੇ ਉਸ ਤੋਂ ਬਾਅਦ ਇਹ ਕਹਿ ਰਿਹਾ ਵੀ ਜਿਹੜੀ ਸਾਡੀ ਸੋਚ ਹੁੰਦੀ ਆ ਨਾ, nostri sensi non riescono a cogliere tutti gli stimoli, ਹਰ ਇੱਕ ਦੇ ਵਿਵਹਾਰ ਨੂੰ ਨਹੀਂ ਸਮਝਿਆ ਜਾ ਸਕਦਾ। ਸਾਡੀ ਸੋਚ ਇੰਨੀ ਕਾਬਿਲ ਨਹੀਂ ਹੁੰਦੀ ਕਿ ਹਰ ਇੱਕ ਚੀਜ਼ ਨੂੰ ਸਮਝ ਸਕਣ। ਉਸ ਤੋਂ ਬਾਅਦ ਇਮੋਸ਼ਨੀ ਹੁੰਦੇ ਨੇ, ਇਮੋਸ਼ਨੀ ਕਿਹਾ ਜਾਂਦਾ ਆ ਜਜ਼ਬਾਤਾਂ ਨੂੰ। ਜਜ਼ਬਾਤ, ਬੰਦਾ ਖੁਸ਼ੀ, ਗਮੀ, ਇਹ ਵੀ ਮਾੜਾ ਅਸਰ ਡਰਾਈਵਿੰਗ ਦੇ ਉੱਪਰ ਪਾ ਸਕਦੇ ਹੈਗੇ। ਅਗਲੇ 'ਚ ਖਾਸ ਤੌਰ ਤੇ ਗੱਲ ਕੀਤੀ ਹੋਈ ਹੈ ਰੋਤਾਈਏ, ਤੋਂਬੀਨੀ ਤੇ ਸਟ੍ਰਿਸ਼ੇ ਪੈਡੋਨਾਲੀ। ਰੋਤਾਈਏ ਜਦੋਂ ਲਗਾ ਲੈਂਦੇ ਆ, ਟਰਾਮ ਦੀ ਪਟਰੀ ਲਗਾ ਲੈਂਦੇ ਆ, ਜਾਂ ਤੁੰਬੀਨੀ, ਤੁੰਬੀਨੀ ਕਿਹਨਾਂ ਨੂੰ ਕਹਿੰਦੇ ਤੁਸੀਂ ਦੇਖਿਆ ਹੋਣੇ, ਨਾਲੀਆਂ ਦੇ ਲੋਹੇ ਦੇ ਢੱਕਣ। ਸਟ੍ਰਿਸ਼ੇ ਪੈਡੋਨਾਲੀ, ਪੈਦਲਾਂ ਵਾਲੀਆਂ ਕਰੋਸਿੰਗ ਲਾਈਨਾਂ। ਇਹ ਤਿੰਨੇ ਹੀ ਚੀਜ਼ਾਂ ਜ਼ਿਆਦਾ ਖਤਰਾ ਸਾਬਿਤ ਕਰ ਸਕਦੀਆਂ ਨੇ। ਕਿੰਨਾ ਵਾਸਤੇ ਖਤਰਾ ਪੈਦਾ ਕਰ ਸਕਦੇ ਨੇ? ਜਿਹੜੇ ਦੋ ਟਾਇਰਾਂ ਵਾਲੇ ਵਾਹੀਕਲ ਹੁੰਦੇ, ਜਿਹੜੇ ਵਾਹੀਕਲ ਹੀ ਦੂਏ ਰੋਤੇ, ਜਿਹੜੇ ਦੋ ਟਾਇਰਾਂ ਵਾਲੇ ਵਾਹੀਕਲ ਹੁੰਦੇ ਨੇ ਨਾ, ਉਹਨਾਂ ਦੇ ਲਈ ਜ਼ਿਆਦਾ ਖਤਰਾ ਜਿਹੜਾ ਉਹ ਪੈਦਾ ਕਰ ਸਕਦੇ ਹੈਗੇ ਨੇ। ਕਿਹੜੀਆਂ ਚੀਜ਼ਾਂ? ਤੋਂਬੀਨੀ ਤੇ ਸਟ੍ਰਿਸ਼ੇ ਪੈਡੋਨਾਲੀ, ਤੇ ਖਾਸ ਤੌਰ ਤੇ ਕਹਿ ਸਕਦੇ ਹਾਂ ਆਪਾਂ ਜਿਹੜੇ ਰੋਤਾਈ ਹੁੰਦੇ ਨੇ, ਟਰਾਮ ਦੀ ਪਟਰੀ ਹੁੰਦੀ। ਸੋ ਦੂਜੇ ਦੇ ਵਿੱਚ ਕਹਿ ਰਹੇ ਵੀ quando il fondo stradale bagnato, ਵੀ ਇਹ ਖਤਰਾ ਪੈਦਾ ਕਰ ਸਕਦੇ ਨੇ ਜਦੋਂ ਰੋਡ ਗਿੱਲਾ ਹੋਵੇ। ਤਿੰਨਾਂ ਦੇ ਵਿੱਚ ਜਦੋਂ ਰੋਡ ਗਿੱਲਾ ਹੁੰਦਾ, ਦੋ ਟਾਇਰਾਂ ਵਾਲੇ ਵਾਹੀਕਲ ਦੇ ਲਈ ਖਤਰਾ ਓਬਵੀਅਸਲੀ ਪੈਦਾ ਹੁੰਦਾ ਆ। ਫਿਰ ਇਹ ਕਹਿ ਰਿਹਾ ਆ 6 ਨੰਬਰ ਦੇ ਵਿੱਚ ਵੀ quando fondo stradale è bagnato, ਜਦੋਂ ਰੋਡ ਗਿੱਲਾ ਹੁੰਦਾ ਫਿਰ ਵੀ ਦੋ ਟਾਇਰਾਂ ਵਾਲੇ ਵਾਹੀਕਲ ਦੇ ਲਈ ਖਤਰਾ ਪੈਦਾ ਹੋ ਸਕਦਾ ਹੈ। ਸਟ੍ਰਿਸ਼ੇ ਪੈਡੋਨਾਲੀ 7ਵੇਂ ਦੇ ਵਿੱਚ ਕਹਿ ਰਿਹਾ ਤੋਂਬੀਨੀ। ਤੋਂਬੀਨੀ ਜਿਹੜੇ ਨਾਲੀਆਂ ਦੇ ਉੱਪਰ ਲੋਹੇ ਦੇ ਢੱਕਣ ਲੱਗੇ ਮਿਲਦੇ ਨੇ। ਫੋਂਦੋ ਸਟਰਾਦਾਲੇ bagnato, ਜਦ ਰੋਡ ਗਿੱਲਾ ਹੋਵੇ ਉਸ ਟਾਈਮ ਖਤਰਾ ਸਾਬਿਤ ਕਰ ਸਕਦੇ ਹੈਗੇ ਨੇ। 10ਵੇਂ ਦੇ ਵਿੱਚ ਇਹ ਕਹਿ ਰਿਹਾ ਵੀ ਜਦੋਂ ਆਪਾਂ ਦੋ ਟਾਇਰਾਂ ਵਾਲੇ ਵਾਹੀਕਲ ਦੇ ਨਾਲ ਚੱਲਦੇ ਹਾਂ, ਲਾ ਫਰੇਨਾਤਾ, ਬ੍ਰੇਕ ਲਗਾਉਂਦੇ ਆ, ਪਾਰਟਿਕੂਲਰਮੈਂਟੇ ਪੀਰੀਕਲੋਜ਼ਾ, ਖਤਰੇ ਵਾਲੀ ਹੋ ਸਕਦੀ ਆ। ਜੇਕਰ ਲੈ ਰੋਤੇ del veicolo sono, ਅਗਰ ਗੱਡੀ ਦੇ ਵਾਹੀਕਲ ਦੇ ਟਾਇਰ ਟਰਾਮ ਦੀ ਪਟਰੀ ਦੇ ਉੱਪਰ ਹੋਣ, ਕਰੋਸਿੰਗ ਲਾਈਨਾਂ ਦੇ ਉੱਪਰ ਹੋਣ, ਜਾਂ ਫਿਰ ਨਾਲੀਆਂ ਦੇ ਢੱਕਣਾਂ ਦੇ ਉੱਪਰ ਹੋਣ ਜਿਹੜੇ ਲੋਹੇ ਦੇ ਹੁੰਦੇ ਨੇ, ਜੀ ਹਾਂ, ਉਸ ਟਾਈਮ ਖਤਰਾ ਵਾਕਈ ਹੀ ਪੈਦਾ ਹੋ ਸਕਦਾ ਹੈ। ਅਗਰ ਆਪਾਂ ਇਹਨਾਂ ਦੇ ਉੱਪਰ ਚੱਲਦੇ ਹਾਂ ਨਾ ਤਾਂ ਸਪੀਡ ਘੱਟ ਕਰਕੇ ਚੱਲਣੀ ਚਾਹੀਦੀ, ਜੋ ਆਪਾਂ ਗਵਾ ਸਕਦੇ ਹਾਂ। tenuta di strada, ਪਕੜ ਗੱਡੀ ਦੀ ਉਹ ਖਰਾਬ ਹੋ ਜਾਂਦੀ ਹੈ। causando ਤੇ ਕਾਰਨ ਬਣ ਸਕਦਾ ਕਿਸ ਚੀਜ਼ ਦਾ? sbandamenti o cadute, ਡਿੱਗਣ ਦਾ ਕਾਰਨ ਵੀ ਬਣ ਸਕਦਾ ਹੈਗਾ। ਜਾਂ ਫਿਰ ਕਹਿ ਸਕਦੇ ਹਾਂ ਵੀ ਦੋ ਟਾਇਰਾਂ ਵਾਲੇ ਵਾਹੀਕਲ ਜੋ ਟਰਾਮ ਦੀ ਪਟਰੀ ਇਹਨਾਂ ਦੇ ਲਈ ਵਾਕਈ ਹੀ ਖਤਰਾ ਸਾਬਿਤ ਕਰ ਸਕਦਾ ਹੈ। ਆਮ ਤੌਰ ਤੇ ਇਸ ਸਕੇਲੇ ਦੇ ਵਿੱਚ ਇਹ ਦੱਸਣਾ ਹੈ ਵੀ ਦੋ ਟਾਇਰਾਂ ਵਾਲੇ ਵਾਹੀਕਲ ਦੇ ਲਈ ਤਿੰਨੇ ਹੀ ਚੀਜ਼ਾਂ ਖਤਰਨਾਕ ਸਾਬਿਤ ਹੋ ਸਕਦੀਆਂ ਹੈਗੀਆਂ ਨੇ। ਤਿੰਨੇ ਹੀ ਲਗਭਗ ਚੀਜ਼ਾਂ ਦੋ ਟਾਇਰਾਂ ਵਾਲੇ ਵਾਹੀਕਲ ਦੇ ਲਈ ਖਤਰਾ ਸਾਬਿਤ ਕਰਦੀਆਂ ਨੇ, ਜਿਹੜੀਆਂ ਇਹ ਹੁੰਦੀਆਂ ਨੇ, ਹਮੇਸ਼ਾ ਹੀ ਕਰਦੀਆਂ ਨੇ ਜਦੋਂ ਵੀ ਆਪਾਂ ਚੱਲਦੇ। 13.007 ਦੇ ਵਿੱਚ ਉਜ਼ੋ ਕੋਰੈਟੋ della strada, ਵੀ ਸੜਕ ਦੀ ਵਧੀਆ ਵਰਤੋਂ ਕਿੱਦਾਂ ਕਰਨੀ ਚਾਹੀਦੀ ਹੈ। ਸੜਕ ਦੀ ਵਧੀਆ ਵਰਤੋਂ ਉਦੋਂ ਕਰਨੀ ਚਾਹੀਦੀ ਜਦੋਂ ਆਪਾਂ ਇੱਕ ਗੱਡੀ ਦੇ ਇੰਡੀਕੇਟਰ ਲਗਾ ਲੈਣੇ ਚਾਹੀਦੇ ਨੇ, ਪਲੱਸ ਜਦੋਂ ਇੱਕ ਸਿਗਨਲ ਦਾਰੇ ਪ੍ਰੈਸੀਡੈਂਸ ਦਾ ਮਿਲਦਾ ਆ, ਇਸ ਟਾਈਮ ਹਰ ਇੱਕ ਗੱਡੀ ਨੂੰ ਆਪਾਂ ਪਹਿਲ ਦੇ ਕੇ ਚੱਲੀਏ। ਖਾਸ ਤੌਰ ਤੇ ਕਰੋਸਿੰਗ ਲਾਈਨਾਂ ਦੇ ਉੱਪਰ ਪਹਿਲ ਦੇ ਕੇ ਚੱਲੀਏ, ਜੋ ਵੇਟ ਕਰ ਰਹੇ ਨੇ ਉਹਨਾਂ ਨੂੰ ਪਹਿਲ ਦੇ ਕੇ ਚੱਲੀਏ। ਯਾਨੀ ਕਿ ਪੇਸ਼ ਕਿਸ ਤਰੀਕੇ ਤਰ੍ਹਾਂ ਆਉਣਾ ਹੈ, ਆਪਣੀ ਹਰ ਇੱਕ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਜੋ ਸਿਗਨਲ ਦੇ ਅਕੋਰਡਿੰਗ ਜਿਨ੍ਹਾਂ ਦੀ ਪਹਿਲ ਬਣਦੀ ਹੈ ਉਹਨਾਂ ਨੂੰ ਪਹਿਲ ਦੇ ਕੇ ਹੀ ਆਪਾਂ ਚੱਲ ਸਕਦੇ ਹਾਂ। 13.007 ਇਹਨਾਂ ਦੇ ਵਿੱਚ ਹੈਗਾ ਚੇਂਤਰੋ ਅਬਿਤਾਤੋ e pedone, ਸ਼ਹਿਰਾਂ ਦੇ ਵਿੱਚ ਅਗਰ ਪੈਦਲ ਲਾਈਨਾਂ ਤੋਂ ਬਾਹਰ ਹੁੰਦਾ ਤਾਂ ਕੀ ਕਰਨਾ ਚਾਹੀਦਾ?
ਉਹ ਲਾਈਨਾਂ ਦੇ ਅੰਦਰ ਹੋਵੇ ਤੇ ਚਾਹੇ ਹੋਵੇ ਲਾਈਨਾਂ ਦੇ ਬਾਹਰ, ਉਹਨੂੰ ਹਮੇਸ਼ਾ ਹੀ ਪਹਿਲ ਦੇ ਕੇ ਚੱਲਣੀ ਚਾਹੀਦੀ, ਕਿਉਂਕਿ ਉਹਦੀ ਪਹਿਲ ਬਣਦੀ ਹੈ। ਚਾਹੇ ਉਹ ਪਹਿਲ ਦਾ ਹੱਕਦਾਰ ਨਹੀਂ ਵੀ ਕਹਿਲਾਂਦਾ ਨਾ, ਲੇਕਿਨ ਉਸ ਦੀ ਪਹਿਲ ਹਮੇਸ਼ਾ ਹੀ ਬਣਦੀ ਹੈਗੀ ਆ। ਸੋ ਗੱਡੀਆਂ ਵਾਲਿਆਂ ਨੇ ਉਹਨਾਂ ਨੂੰ ਪਹਿਲ ਦੇਣੀ ਹੈ, ਨਾ ਕਿ ਪੈਦਲਾਂ ਨੇ ਰੁਕ ਕੇ ਇਹਨਾਂ ਨੂੰ ਪਹਿਲ ਦੇਣੀ ਹੈ। ਸੋ ਹੌਰਨ ਦੀ ਗੱਲ ਕਰਦੇ, ਇਸ ਦੇ ਵਿੱਚ ਲਿਖਿਆ ਹੋਇਆ ਵੀ ਹੌਰਨ ਕਲੈਕਸ਼ਨ, ਜਦੋਂ ਆਪਾਂ ਉਹਨਾਂ ਨੂੰ ਨਾ ਓਵਰਟੇਕ ਕਰਨਾ ਹੁੰਦਾ ਆ ਇੱਕ ਪੈਦਲਾਂ ਵਾਲਿਆਂ ਨੂੰ ਨਾ, ਤੇ ਆਪਾਂ ਮਾੜਾ ਜਿਹਾ ਹੌਰਨ ਉਦੋਂ ਲਗਾ ਸਕਦੇ ਹਾਂ ਜਦੋਂ ਇੱਕ ਪੇਰੀਕੋਲੋ ਇਮੀਡੀਆਟੋ ਅਚਾਨਕ ਕੋਈ ਖਤਰਾ ਪੈਦਾ ਹੁੰਦਾ ਹੈ। ਸਪੀਡ ਨੂੰ ਘੱਟ ਕਰੋ, ਜ਼ਰੂਰਤ ਪੈਣ 'ਤੇ ਰੁਕੋ, ਪਰ ਨੋਨ ਇਨਵੈਸਟੀਬਲ, ਅਗਰ ਉਸ ਨੂੰ ਥੱਲੇ ਨਹੀਂ ਦੇਣਾ ਚਾਹੁੰਦੇ ਤਾਂ ਉਨੇ ਟਾਈਮ ਤੱਕ ਸਪੀਡ ਨੂੰ ਘੱਟ ਕਰਦੇ ਰਹਿਣਾ ਚਾਹੀਦਾ ਹੈ ਜਿੰਨੇ ਟਾਈਮ ਤੱਕ ਤੁਸੀਂ ਰੁਕ ਨਹੀਂ ਜਾਂਦੇ। ਕੀ guida un veicolo psicologia del traffico, ਯਾਨੀ ਕਿ ਖਾਸ ਤੌਰ 'ਤੇ ਗੱਲ ਕਿਹਦੀ ਕੀਤੀ ਹੋਈ ਵੀ ਅਗਰ ਆਪਾਂ ਗੱਡੀ ਨੂੰ ਵੱਡੇ ਕਾਰ ਵਾਲੀ ਗੱਡੀ ਚਲਾ ਰਹੇ ਹਾਂ, ਤਾਂ ਅਗਰ ਵੱਡੇ ਕਾਰ ਵਾਲੀ ਗੱਡੀ ਚਲਾ ਰਹੇ ਹਾਂ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਿ ਸਾਡੇ ਕੋਲ ਹੀ ਪਹਿਲ ਆ। ਸੋ ਉਸ ਟਾਈਮ ਕਾਨੂੰਨ ਦੇ ਅਕੋਰਡਿੰਗ ਚੱਲਣਾ ਚਾਹੀਦਾ ਹੈ। ਜੇਕਰ ਗੱਲ ਕਰੀਏ ਵੀ ਚੌਂਕ ਦੇ ਵਿੱਚ ਕਿਸ ਨੂੰ ਪਹਿਲ ਦੇਣੀ ਬਣਦੀ ਹੈ ਤਾਂ ਕਿਸ ਨੂੰ ਪਹਿਲ ਨਹੀਂ ਦੇਣੀ ਚਾਹੀਦੀ, ਜੇ ਤਾਂ ਕੋਈ ਸਿਗਨਲ ਨਹੀਂ ਹੈਗਾ ਤਾਂ ਫਿਰ ਤਾਂ ਪਹਿਲ ਦੇਣੀ ਚਾਹੀਦੀ ਹੈ ਦੈਸਤਰੇ ਵਾਲੀ ਸਾਈਡ ਨੂੰ, ਜਿਵੇਂ ਕਿ ਕੁਐਸਚਨ ਦੇ ਵਿੱਚ ਕਹਿ ਵੀ ਰਿਹਾ ਵੀ ਨਹੀਂ ਕਰੋਚੇਵੀਆ ਦੇ ਵਿੱਚ ਆਪਾਂ ਨੂੰ ਪਹਿਲ ਦੇਣੀ ਚਾਹੀਦੀ ਹੁੰਦੀ ਹੈ ਉਹ ਗੱਡੀਆਂ ਨੂੰ ਜੋ ਦੈਸਤਰੇ ਵਾਲੀ ਸਾਈਡ ਤੋਂ ਆ ਰਹੀਆਂ ਹੁੰਦੀਆਂ ਨੇ। ਇਸ ਤਰੀਕੇ ਤਰ੍ਹਾਂ ਆਪਾਂ ਗੱਡੀ ਨੂੰ ਚਲਾਉਣੀ ਹੈ ਕਿ evitare di costituire ਨਾ ਬਣ ਸਕੀਏ pericolo ਖਤਰਾ per gli altri utenti della strada, ਵੀ ਦੂਜਿਆਂ ਦੇ ਲਈ ਕੋਈ ਖਤਰਾ ਨਾ ਬਣ ਸਕੇ। ਵੀ ਇਸ ਤਰੀਕੇ ਤਰ੍ਹਾਂ ਤੁਸੀਂ ਗੱਡੀ ਆਪਣੀ ਨੂੰ ਚਲਾਓ। ਜਦੋਂ ਮੁੜਨਾ ਹੈਗਾ ਆਪਾਂ ਸੱਜੇ ਪਾਸੇ ਨੂੰ ਤਾਂ ਗੱਡੀ ਵੀ ਆਪਾਂ ਨੂੰ vicino il margine destro ਵਾਲੇ ਪਾਸੇ ਰੱਖ ਕੇ ਚੱਲਣੀ ਚਾਹੀਦੀ ਹੁੰਦੀ ਹੈ। ਖਾਸ ਤੌਰ 'ਤੇ ਇੰਡੀਕੇਟਰ ਦੇ ਵਿੱਚ ਦੇਖ ਲੈਣਾ ਚਾਹੀਦਾ ਹੁੰਦਾ ਆ। ਅਗਰ ਆਪਾਂ ਕੁਰਸੀਆਂ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਖਾਸ ਤੌਰ 'ਤੇ ਇੰਡੀਕੇਟਰ ਦਾ ਵੀ ਧਿਆਨ ਰੱਖ ਕੇ ਚੱਲਣਾ ਚਾਹੀਦਾ। ਜੋ ਕਾਨੂੰਨ ਦੇ ਵੱਲੋਂ ਸਪੀਡ ਲਿਮਿਟ ਬਣਾਈ ਗਈ ਹੁੰਦੀ ਹੈ ਉਹਨਾਂ ਦੇ ਅੰਦਰ ਰਹਿ ਕੇ ਹੀ ਸਾਨੂੰ ਰਹਿ ਕੇ ਚੱਲਣਾ ਚਾਹੀਦਾ ਹੁੰਦਾ ਹੈ। ਸੋ ਅਗਲੀ 'ਚ ਗੱਲ ਕੀਤੀ ਹੋਈ ਹੈ 13/012 ਦੇ ਅੰਦਰ ਕੰਡੀਸ਼ਨੀ ਦੀ ਟ੍ਰੈਫਿਕ ਇੰਟੈਂਸੋ, ਜਦ ਰੋਡ ਦੇ ਉੱਪਰ ਟ੍ਰੈਫਿਕ ਜ਼ਿਆਦਾ ਹੁੰਦੀ ਹੈ, ਰੋਡ ਦੇ ਅੰਦਰ ਜੋ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਸਾਨੂੰ ਜਦੋਂ ਆਪਾਂ ਬਰਾਬਰ ਵੀ ਚੱਲਦੇ ਹਾਂ ਤਾਂ ਲਗਭਗ ਆਪਾਂ ਨੂੰ 19 ਕੁ ਸਪੀਡ ਰੱਖ ਕੇ ਚੱਲਣੀ ਚਾਹੀਦੀ ਜਿੰਨੀ ਕੁ ਉਸ ਸਪੀਡ ਦੇ ਉੱਪਰ ਦੂਜੀਆਂ ਗੱਡੀਆਂ ਦੀ ਸਪੀਡ ਚੱਲਦੀ ਪਈ ਆ। ਇਹ ਤਾਂ ਹੈ ਨਹੀਂ, ਬਾਕੀ ਸਾਰੀਆਂ ਗੱਡੀਆਂ ਚੱਲਦੀਆਂ ਪਈਆਂ ਨੇ 40 ਤੇ ਆਪਾਂ ਕੋਸ਼ਿਸ਼ ਕਰੀਏ ਘੱਟ ਚੱਲਣ ਦੀ ਜਾਂ ਫਿਰ ਜ਼ਿਆਦਾ ਚੱਲਣ ਦੀ। ਲਗਭਗ 19 ਕੁ ਸਪੀਡ ਬਣਾ ਕੇ ਰੱਖੋ ਜਿੰਨੀ ਕੁ ਉਸ ਕੁਰਸੀਆਂ ਦੇ ਵਿੱਚ ਗੱਡੀਆਂ ਦੀ ਹੈਗੀ ਆ। ਸਾਰੇ ਧਿਆਨ ਵਰਤ ਕੇ ਚੱਲਣੇ ਨੇ, ਹੌਰਨ ਲਗਾਉਣੇ ਤੋਂ ਬਚਣਾ ਆ, ਯਾਨੀ ਕਿ ਸਹਿਣਸ਼ੀਲਤਾ ਸਾਡੇ ਅੰਦਰ ਹੋਣੀ ਚਾਹੀਦੀ ਆ। ਇਹ ਨਹੀਂ ਹੈਗਾ ਕਿ ਆਪਾਂ ਹੌਰਨ ਲਗਾ ਕੇ ਦੱਸੀ ਚੱਲਾਂਗੇ ਵੀ ਤੂੰ ਹੀ ਰੇਸ ਦੋ ਇਹ ਲੰਘਣਾ ਆ, ਇਹ ਕੰਮ ਨਹੀਂ ਕਰਨਾ ਹੈਗਾ। ਆਪਾਂ ਦੂਰੀ ਆ ਜਿਹੜੀ ਮਨ ਤੇ ਨੇਰੇ ਹਮੇਸ਼ਾ ਬਣਾ ਕੇ ਰੱਖਾਂਗੇ। ਜੋ ਸੇਫਟੀ ਫਾਸਲਾ ਹੈ ਨਾ ਉਹ ਹਮੇਸ਼ਾ ਹੀ ਆਪਾਂ ਬਣਾ ਕੇ ਚੱਲਣਾ ਹੁੰਦਾ ਹੈ। ਸਟਰਾਦੇ ਐਕਸਟਰਾ ਉਰਬਾਨੀ ਦੀ ਨੋਟ, ਜਦੋਂ ਆਪਾਂ ਸ਼ਹਿਰਾਂ ਤੋਂ ਬਾਹਰ ਹੁੰਦੇ ਹਾਂ ਰਾਤ ਦੇ ਟਾਈਮ ਦੇ ਵਿੱਚ, ਜਦੋਂ ਆਪਾਂ ਨੂੰ ਕੋਈ ਵੱਡੀ ਫੁੱਲ ਲਾਈਟਾਂ ਦੇ ਨਾਲ ਕੋਈ ਗੱਡੀ ਮਿਲਦੀ ਆ ਤੇ ਉਸ ਟਾਈਮ ਆਪਾਂ ਨੂੰ ਅਗਰ ਤਾਂ ਦਿਖਾਈ ਦੇ ਰਿਹਾ ਆ ਤਾਂ ਆਪਾਂ ਚੱਲੀਏ, ਅੱਖਾਂ ਅੱਗੇ ਹੱਥ ਨਹੀਂ ਲਗਾਣੇ। ਜੇਕਰ ਤੁਹਾਨੂੰ ਕੁਝ ਵੀ ਨਹੀਂ ਦਿਖਾਈ ਦਿੰਦਾ ਪਿਆ ਸਪੀਡ ਨੂੰ ਘੱਟ ਕਰੋ, ਵੱਧ ਜ਼ਰੂਰਤ ਪੈ ਗਈ ਤਾਂ ਸਾਈਡ ਤੇ ਗੱਡੀ ਨੂੰ ਲਗਾ ਕੇ ਆਪਾਂ ਰੋਕ ਵੀ ਸਕਦੇ ਹੈਗੇ। ਸੋ ਇਹ ਸੀਗੀ ਲੂਚੀ ਅਬਲੀਆਂਤੇ ਦੇ ਬਾਰੇ ਖਾਸ ਤੌਰ ਤੇ ਗੱਲ। ਆਪਾਂ ਨੂੰ ਆਪਣੀ ਵਾਰੀ ਫੁੱਲ ਲਾਈਟਾਂ ਨਹੀਂ ਔਨ ਕਰਕੇ ਚੱਲਣੀਆਂ ਚਾਹੀਦੀਆਂ ਜਦੋਂ ਸਾਹਮਣੇ ਤੋਂ ਕੋਈ ਗੱਡੀ ਵੱਡੀ ਮਿਲਦੀ ਹੈ ਲਾਈਟਾਂ ਦੇ ਨਾਲ, ਠੀਕ ਆ ਜੀ, ਇੰਨੀ ਗੱਲ ਦਾ ਹਮੇਸ਼ਾ ਚੇਤੇ ਰੱਖਣਾ। ਜਦੋਂ ਸਾਹਮਣੇ ਤੋਂ ਕੋਈ ਗੱਡੀ ਫੁੱਲ ਲਾਈਟਾਂ ਦੇ ਨਾਲ ਮਿਲਦੀ ਹੈ ਤੇ ਉਸ ਟਾਈਮ ਤੁਹਾਨੂੰ ਨੋਰਮਲ ਹੀ ਚੱਲਣਾ ਚਾਹੀਦਾ ਹੁੰਦਾ ਹੈ। ਟੰਪੋਨਾਮੈਂਤੀ ਕਿਹਨਾਂ ਨੂੰ ਕਹਿੰਦੇ ਨੇ? ਟੰਪੋਨਾਮੈਂਤੀ ਜਦੋਂ ਰੋਡ ਦੇ ਵਿੱਚ ਟੱਕਰਾਂ ਲੱਗਦੀਆਂ। ਟੱਕਰਾਂ ਕਿਹਨਾਂ ਦੇ ਕਾਰਨ ਕਰਕੇ ਲੱਗਦੀਆਂ ਨੇ? ਜਦੋਂ ਰੋਡ ਦੇ ਵਿੱਚ ਗੱਡੀ ਦੀ ਜ਼ਿਆਦਾ ਸਪੀਡ ਹੋ ਜਾਵੇ ਉਹ ਟੱਕਰ ਲੱਗਣ ਦਾ ਕਾਰਨ ਬਣਦਾ ਹੈ। ਧਿਆਨ ਆ ਜਿਹੜਾ ਅਗਰ ਨਾ ਵਰਤ ਕੇ ਚੱਲਦੇ ਆ ਇਹ ਟੱਕਰ ਲੱਗਣ ਦਾ ਕਾਰਨ ਬਣ ਸਕਦਾ ਹੈ। ਡਰਾਈਵਰ ਫੋਨ ਚਲਾ ਰਿਹਾ ਹੈ ਟੱਕਰ ਲੱਗਣ ਦਾ ਕਾਰਨ ਬਣ ਸਕਦਾ ਹੈ। ਸੇਫਟੀ ਫਾਸਲਾ ਨਹੀਂ ਬਣਾ ਕੇ ਚੱਲਦਾ ਹੈ ਟੱਕਰ ਲੱਗਣ ਦਾ ਕਾਰਨ ਬਣ ਸਕਦਾ ਹੈ। ਯਾਨੀ ਕਿ ਮੇਨ ਕਾਰਨ ਜਿਹੜੇ ਹੁੰਦੇ ਨੇ ਜ਼ਿਆਦਾ ਸਪੀਡ, ਧਿਆਨ ਨਾ ਦੇਣਾ,
ਅਗਰ ਆਪਾਂ ਰੋਡ ਦੇ ਉੱਪਰ ਚੱਲਦੇ ਹਾਂ ਬਿਨਾਂ ਧਿਆਨ ਵਰਤੇ ਇਹ ਟੱਕਰ ਲੱਗਣ ਦੇ ਹੀ ਕਾਰਨ ਹੁੰਦੇ ਨੇ। ਜਦੋਂ ਸਵਾਰੀ ਨੂੰ ਉਤਾਰਨਾ ਹੁੰਦਾ ਤੇ ਚੜਾਉਣਾ ਹੁੰਦਾ ਆ, ਜਦੋਂ ਸਵਾਰੀ ਨੂੰ ਉਤਾਰਨ ਦੀ ਜਾਂ ਚੜਾਉਣ ਦੀ ਗੱਲ ਕਰੀਏ ਤਾਂ ਦੇਖ ਲੈਣਾ ਚਾਹੀਦਾ ਉਹਦੇ ਉੱਪਰ ਇੱਕ ਸਮਝਦਾਰ ਪਰਸਨ ਦੀ ਨਿਗਰਾਨੀ ਹੋਵੇ, ਜਿਹਨੂੰ ਕਹਿੰਦੇ ਨੇ ਕੰਟਰੋਲੋ ਦੀ ਉਨ ਅਦੁਲਤੋ। ਕੰਟਰੋਲੋ ਦੀ ਉਨ ਅਦੁਲਤੋ ਵੀ ਇੱਕ ਸਮਝਦਾਰ ਬੰਦੇ ਦੀ ਉਹਦੇ ਉੱਪਰ ਨਿਗਰਾਨੀ ਹੋਣੀ ਚਾਹੀਦੀ ਹੈ। ਉਹਨੂੰ ਵੇਟ ਕਰਨੀ ਚਾਹੀਦੀ ਹੁੰਦੀ ਆ ਉਨੇ ਟਾਈਮ ਤੱਕ ਜਿੰਨੇ ਟਾਈਮ ਤੱਕ ਗੱਡੀ ਆ ਜਿਹੜੀ ਰੁਕ ਨਹੀਂ ਜਾਂਦੀ। ਜਦੋਂ ਚਲਦੀ ਗੱਡੀ ਦੇ ਵਿੱਚੋਂ ਨਹੀਂ ਆਪਾਂ ਉਤਰਨਾ ਹੈਗਾ, ਵੀ ਦੇਖ ਲਈਏ ਵੀ ਗੱਡੀ ਕੰਪਲੀਟਲੀ ਤੌਰ ਤੇ ਰੁਕ ਗਈ ਹੈ ਜਾਂ ਨਹੀਂ ਰੁਕ ਗਈ। ਉਸ ਤੋਂ ਬਾਅਦ ਗੱਡੀ ਨੂੰ ਜਿਹੜਾ ਸਵਾਰੀ ਆ ਕਿਸ ਪਾਸੇ ਵੱਲ ਨੂੰ ਤਾਰਨਾ ਚਾਹੀਦਾ, ਆਪਾਂ ਮਰਚਾਪੇ ਦੇ ਵੱਲ ਨੂੰ ਤਾਰ ਸਕਦੇ ਹਾਂ। ਦੂਜੇ ਗੱਡੀਆਂ ਦਾ ਡਰਾਈਵਰਾਂ ਦਾ ਧਿਆਨ ਰੱਖਣਾ ਤੇ ਪਲੱਸ ਜਦੋਂ ਤਾਕੀ ਖੋਲ੍ਹਣੀ ਹੈ ਦਿਸ਼ੇਜ਼ਾ ਕਰਨਾ ਆ ਤਾਂ ਇਹ ਵੀ ਦੇਖਣਾ ਵੀ ਉਸ ਤਰਫ ਤੋਂ ਕੋਈ ਗੱਡੀ ਨਾ ਆ ਰਹੀ ਹੋਵੇ ਜਾਂ ਮਰਚਾਪੇ ਦੇ ਵਾਲੇ ਪਾਸੇ ਤੋਂ ਕੋਈ ਪੈਦਲ ਤੇ ਨਹੀਂ ਤੁਰਿਆ ਆ ਰਿਹਾ ਹੈਗਾ। ਸੋ ਹਰ ਇੱਕ ਤਰ੍ਹਾਂ ਦਾ ਧਿਆਨ ਵਰਤਣਾ ਆ ਜੋ ਕਿ ਸਾਨੂੰ ਰੁਕਾਵਟ ਤੋਂ ਬਚਾ ਸਕਦਾ ਹੈਗਾ ਹੈ। ਉਸ ਤੋਂ ਇਲਾਵਾ ਗੱਡੀ ਨੂੰ ਅਰੈਸਟੋ del veicolo psicologia del traffico, ਜਦੋਂ ਰੋਡ ਦੇ ਵਿੱਚ ਆਪਾਂ ਰੁਕਦੇ ਹਾਂ, ਜਦੋਂ ਚੌਂਕ ਦੇ ਨੇੜੇ ਹੁੰਦੇ ਆ ਨਾ ਤਾਂ ਇਜਾਜ਼ਤ ਹੈਗੀ ਰੁਕਣ ਦੀ। ਲਾਈਨਾਂ ਦੇ ਉੱਪਰ ਨਹੀਂ ਰੁਕਣਾ। ਤੁਸੀਂ ਇੰਨੀ ਗੱਲ ਹਮੇਸ਼ਾ ਯਾਦ ਰੱਖਣੀ ਹੈ, ਲਾਈਨਾਂ ਦੇ ਉੱਪਰ ਨਹੀਂ ਰੁਕਣਾ। ਚਾਹੇ ਪੈਦਲਾਂ ਵਾਸਤੇ ਟ੍ਰੈਫਿਕ ਲਾਈਟ ਰੋਸੋ ਆ ਤੇ ਚਾਹੇ ਬੇਰਦੇ ਆ ਤੇ ਚਾਹੇ ਜਾਲੋ ਆ, ਤੁਸੀਂ ਲਾਈਨਾਂ ਦੇ ਉੱਪਰ ਨਹੀਂ ਰੁਕਣਾ ਹੁੰਦਾ। ਤੇ ਜੇਕਰ ਗੱਲ ਕਰੀਏ ਦਾਰੇ ਪ੍ਰੈਸੀਡੈਂਸਾ ਦੀ, ਦਾਰੇ ਪ੍ਰੈਸੀਡੈਂਸਾ ਦੇ ਵਿੱਚ ਸਪੀਡ ਨੂੰ ਘੱਟ ਕਰਨਾ ਜ਼ਰੂਰੀ ਹੁੰਦਾ ਆ। ਜੇ ਜ਼ਰੂਰਤ ਪੈਂਦੀ ਆ ਤਾਂ ਪਹਿਲ ਦੇ ਸਕਦੇ ਹੋ, ਯਾਨੀ ਕਿ ਰੁਕ ਸਕਦੇ ਹੋ। ਅਗਰ ਜ਼ਰੂਰਤ ਨਹੀਂ ਪੈ ਰਹੀ ਤਾਂ ਬਿਨਾਂ ਰੁਕੇ ਹੀ ਆਪਾਂ ਚੱਲ ਸਕਦੇ ਹੈਗੇ ਆ। ਤੇ ਤੇਜ਼ ਇੱਕ ਸੜਕ ਉੱਪਰ ਤੋਂ ਨੀਚੇ ਆ ਰਹੀ ਹੈ ਤੇ ਇੱਕ ਗੱਡੀ ਜਾ ਰਹੀ ਹੈ ਚੜ੍ਹਾਈ ਵੱਲ। ਦੋਨੋਂ ਗੱਡੀਆਂ ਦੇ ਵਿੱਚ ਕਿਹੜੀ ਗੱਡੀ ਰੁਕੇਗੀ? ਆਮ ਤੌਰ ਤੇ ਉਹ ਗੱਡੀ ਰੁਕਦੀ ਹੈ ਜਿਹੜੀ ਉਤਰਾਈ ਵੱਲ ਉਤਰਦੀ ਹੁੰਦੀ ਹੈ, ਜਾਂ ਫਿਰ ਕਹਿ ਸਕਦੇ ਹਾਂ ਉਹ ਗੱਡੀ ਰੁਕੇਗੀ ਜਿਸ ਨੂੰ ਖੁੱਲੀ ਜਗ੍ਹਾ ਮਿਲਦੀ ਹੋਵੇਗੀ। ਸੋ ਇਹਦੇ ਅੰਦਰ ਖਾਸ ਤੌਰ ਤੇ ਜ਼ਿਆਦਾ ਧਿਆਨ ਵਰਤਣਾ, ਗੱਡੀ ਉਹ ਰੁਕਦੀ ਹੈ ਜਿਹੜੀ ਉਤਰਾਈ ਵੱਲ ਉਤਰਦੀ ਪਈ ਹੈ। ਉਹਨੂੰ ਜ਼ਰੂਰਤ ਪਵੇਗੀ ਗੱਡੀ ਨੂੰ ਰਿਵਰਸ ਵੀ ਕਰ ਸਕਦੀ ਹੈ। ਰਿਵਰਸ ਨੂੰ ਬੋਲਦੇ ਨੇ ਰੇਤਰੋ ਮਾਰਚਾ। ਤੇ ਅਗਰ ਆਪਾਂ ਗੱਲਾਂ ਕਰਦੇ ਹਾਂ ਪਰਲਾਰੇ ਆਨੀਮੋਜ਼ਾਮੈਂਟੇ, ਗੁੱਸੇ 'ਚ, ਆਨੀਮੋਜ਼ਾਮੈਂਟੇ ਦਾ ਮਤਲਬ ਨਾ ਗੁੱਸੇ 'ਚ ਅਗਰ ਗੱਲਾਂ ਕਰਦੇ ਆ ਤੇ ਨੋਰਮਲ ਗੱਲ ਆ ਵੀ ਡਰਾਈਵਰ ਕੀ ਆ ਉਹ ਰੇਸ ਜ਼ਿਆਦਾ ਦੇ ਦਿੰਦਾ ਆ, ਇੱਕਦਮ ਬ੍ਰੇਕ ਲਗਾ ਸਕਦਾ, ਯਾਨੀ ਕਿ ਮਾੜਾ ਅਸਰ ਪੈ ਸਕਦਾ ਆ ਡਰਾਈਵਿੰਗ ਦੇ ਉੱਪਰ। ਫੋਨ ਚਲਾ ਰਹੇ ਆ ਹੈਂਡ ਫ੍ਰੀ ਕਰਕੇ, ਲੇਕਿਨ ਸਾਡਾ ਧਿਆਨ ਤਾਂ ਉਸ ਪਾਸੇ ਵੱਲ ਹੋਣਾ, ਵੀਵਾ ਵੋਸ਼ ਕਹਿੰਦੇ ਨੇ, ਠੀਕ ਆ ਜੀ। ਸੋ ਇਹ ਵੀ ਚੀਜ਼ ਧਿਆਨ ਦਾ ਘਟਾਣੇ ਦਾ ਕਾਰਨ ਬਣ ਸਕਦੇ ਆ। ਧਿਆਨ ਦੇ ਉੱਪਰ ਪ੍ਰੈਕਟਿਸ ਵੀ ਕਰਨੀ ਚਾਹੀਦੀ ਹੈ, ਜਿਹਨੂੰ ਕਹਿੰਦੇ ਨੇ ਆਲੇਨਾਰੇ। ਆਲੇਨਾਰੇ ਦਾ ਮਤਲਬ ਹੁੰਦਾ ਪ੍ਰੈਕਟਿਸ ਕਰਨੀ ਚਾਹੀਦੀ ਹੈ ਧਿਆਨ ਦੇ ਉੱਪਰ ਖਾਸ ਤੌਰ ਤੇ। ਪੱਚੀ ਦੇ ਵਿੱਚ ਜਦੋਂ ਰਿਸਕ ਜਿਹੜੇ ਹੁੰਦੇ ਨੇ, ਰਿਸਕ ਜਾਣ ਲੈਣੇ ਜ਼ਰੂਰੀ ਹੁੰਦੇ ਨੇ। ਕਿਹੜੇ ਰਿਸਕ? ਵੀ ਇੱਕ ਵੱਡੀ ਗੱਡੀ ਦੇ ਦੁਬਾਰਾ ਜਿਹੜਾ ਰਿਸਕ ਪੈਦਾ ਹੋ ਸਕਦਾ ਹੈ, ਉਹ ਰਿਸਕ ਦੇ ਬਾਰੇ ਛੋਟੀ ਗੱਡੀ ਵਾਲੇ ਡਰਾਈਵਰ ਨੂੰ ਨਾ ਵੱਡੀ ਗੱਡੀ ਦੇ ਨਾਲ ਜਿਹੜੇ ਰਿਸਕ ਹੁੰਦੇ ਨੇ ਜੋ ਜਾਣ ਲੈਣੇ ਜ਼ਰੂਰੀ ਹੁੰਦੇ ਨੇ, ਕਿਉਂਕਿ ਜੋ ਟੱਕਰ ਲੱਗ ਸਕਦੀ ਹੈ। ਸੋ ਇਹ ਚੀਜ਼ ਜ਼ਰੂਰੀ ਹੁੰਦੀ ਹੈ। ਜਿਨ੍ਹਾਂ ਦੇ 2 ਟਾਇਰ ਨੇ ਉਹਨਾਂ ਦੇ ਨਾਲ ਕਿਹੜੇ ਰਿਸਕ ਜੁੜ ਸਕਦੇ ਨੇ, ਇਹ ਵੀ ਰਿਸਕ ਜਾਣ ਲੈਣੇ ਜ਼ਰੂਰੀ ਹੁੰਦੇ ਨੇ। ਖੇਤੀਬਾੜੀ ਵਾਲੀ ਮਸ਼ੀਨ ਹੈ ਜਿਹੜੀ ਆਮ ਤੌਰ ਤੇ ਹੌਲੀ ਚੱਲਦੀ ਹੈ। ਖੇਤੀਬਾੜੀ ਵਾਲੀ ਮਸ਼ੀਨ ਨੂੰ ਬੋਲਦੇ ਨੇ ਮਾਕੀਨਾ ਅਗਰੀਕੋਲਾ। ਇਸ ਤੋਂ ਵੀ ਜ਼ਿਆਦਾ ਧਿਆਨ ਵਰਤ ਕੇ ਹੀ ਚੱਲਣਾ ਚਾਹੀਦਾ ਹੁੰਦਾ ਹੈਗਾ ਆ। ਮਾਸਾ ਦੀ ਵਾਈਕੁਲੀ ਜਿਹੜੇ ਹੋਣਗੇ ਗੱਡੀਆਂ ਦੇ ਵਜਨ, ਜਿੰਨਾ ਜ਼ਿਆਦਾ ਗੱਡੀ ਦਾ ਵਜਨ ਜ਼ਿਆਦਾ ਹੋਵੇਗਾ ਉਨਾ ਜ਼ਿਆਦਾ ਉਹ ਦੂਜੀਆਂ ਗੱਡੀਆਂ ਦੇ ਲਈ ਖਤਰਾ ਪੈਦਾ ਕਰ ਸਕਦੀ ਹੈ। ਤੇ ਜਿਵੇਂ ਜਿਵੇਂ ਹਰ ਇੱਕ ਗੱਡੀ ਦਾ ਕਿਸੇ ਗੱਡੀ ਦਾ ਵਜਨ ਅਲੱਗ ਆ ਤੇ ਕਿਸੇ ਗੱਡੀ ਦੀ ਸਪੀਡ ਘੱਟ ਆ ਤੇ ਕਈਆਂ ਦੀ ਜ਼ਿਆਦਾ